बाणी गुरु अर्जन देव जी। तू मेरे प्राण आधार है प्रभु जी, तू मेरे प्राण आधार है। नमस्कार दंडोत बंदना अनेक बार जाऊं बारे। मेरे ਵੱਲੋਂ ਸਾਰਿਆਂ ਨੂੰ ਰਾਧਾ स्वामी जी। ਇਹ ਜਿਹੜਾ ਸ਼ਬਦ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਆਪ ਜੀ ਇਹ ਸ਼ਬਦ ਦੇ ਜ਼ਰੀਏ ਉਹ ਗਹਿਰਾ ਪ੍ਰੇਮ ਤੇ ਸਮਰਪਣ ਤੇ ਉਹ ਵਿਸ਼ਵਾਸ ਉਸ ਪਰਮਾਤਮਾ ਦੇ ਪ੍ਰਤੀ ਸਾਡੇ ਸਾਹਮਣੇ ਰੱਖ ਰਹੇ ਹਨ। ਇਹ ਸ਼ਬਦ ਦੀ ਇੱਕ ਇੱਕ ਤੁਕ ਜਿਹੜੀ ਹੈ ਉਹ ਬੜੀ ਗਹਿਰਾਈ ਦੇ ਨਾਲ ਸਮਝਣ ਵਾਲੀ ਹੈ ਤੇ ਸਾਨੂੰ ਉਸ ਪਰਮਾਤਮਾ ਦੇ ਨਾਲ ਜਿਹੜਾ ਪਿਆਰ ਵਿਸ਼ਵਾਸ ਤੇ ਜਿਹੜਾ ਸਮਰਪਣ ਹੈ ਉਸ ਦੀ ਗਹਿਰਾਈ ਨੂੰ ਸਮਝਾਉਂਦੇ ਹੋਏ ਇਹ ਸ਼ਬਦ ਦੀ ਜਿਹੜੀ ਪ੍ਰਸਤੁਤੀ ਹੈ ਉਹ ਸਾਡੇ ਸਾਹਮਣੇ ਕੀਤੀ ਗਈ ਹੈ। ਸੰਤਾਂ ਦਾ ਜਿਹੜਾ ਉਪਦੇਸ਼ ਹੁੰਦਾ ਹੈ ਉਹ ਸਾਰਿਆਂ ਦੇ ਲਈ ਸਾਂਝਾ ਹੁੰਦਾ ਹੈ। ਇਹ ਕਿਸੇ ਇੱਕ ਮਜ਼ਹਬ, ਕਿਸੇ ਇੱਕ ਜਾਤ ਜਾਂ ਕਿਸੇ ਇੱਕ ਸੰਪਰਦਾਇ ਦੇ ਲਈ ਨਹੀਂ ਹੁੰਦਾ ਹੈ, ਕਿਉਂਕਿ ਉਹ ਜਿਹੜਾ ਮਾਲਕ ਹੈ ਉਹ ਤਾਂ ਇੱਕੋ ਹੀ ਹੈ। ਆਪਾਂ ਕਿਸੇ ਵੀ ਧਰਮ ਨੂੰ ਉਠਾ ਕੇ ਵੇਖ ਲਈਏ, ਆਪਾਂ ਕਿਸੇ ਵੀ ਕਿਤਾਬ ਨੂੰ ਉਠਾ ਕੇ ਦੇਖ ਲਈਏ, ਉੱਥੇ ਇੱਕੋ ਹੀ ਮਾਲਿਕ ਦਾ ਜ਼ਿਕਰ ਕੀਤਾ ਗਿਆ ਹੈ। ਤੇ ਜੇ ਮਾਲਿਕ ਇੱਕ ਹੈ ਤੇ ਜੇ ਮਾਲਿਕ ਦੀ ਜਿਹੜੀ ਪਹਿਚਾਨ ਹੈ ਉਹ ਇੱਕੋ ਹੈ ਤਾਂ ਫਿਰ ਉਹਦਾ ਜਿਹੜਾ ਪ੍ਰੇਮ ਹੈ, ਉਹਦੇ ਲਈ ਜਿਹੜਾ ਵਿਸ਼ਵਾਸ ਹੈ ਉਹ ਵੀ ਇੱਕੋ ਹੀ ਹੈ। ਇਸ ਬਾਣੀ ਦੇ ਜ਼ਰੀਏ ਸਾਡੇ ਸਾਹਮਣੇ ਉਹ ਜਿਹੜੀ ਗਹਿਰਾਈ ਹੈ, ਉਹ ਜਿਹੜੀ ਡੀਪਨੈਸ ਹੈ ਕਿ ਇੱਕ ਸ਼ਿਸ਼ ਦਾ ਆਪਣੇ ਪ੍ਰੀਤਮ ਦੇ ਪ੍ਰਤੀ, ਆਪਣੇ ਪਰਮਾਤਮਾ ਦੇ ਪ੍ਰਤੀ ਕਿੰਨਾ ਕੁ ਗਹਿਰਾ ਵਿਸ਼ਵਾਸ ਹੋ ਸਕਦਾ ਹੈ, ਕਿੰਨਾ ਕੁ ਗਹਿਰਾ ਉਹ ਡਿਵੋਸ਼ਨ ਹੋ ਸਕਦਾ ਹੈ, ਉਸ ਦੀ ਗਹਿਰਾਈ ਨੂੰ ਸਮਝਾਉਂਦੇ ਹੋਏ ਸਾਡੇ ਸਾਹਮਣੇ ਇਹ ਸ਼ਬਦ ਰੱਖ ਰਹੇ ਹਨ। ਆਪ ਜੀ ਨੇ ਸ਼ਬਦ ਦੀ ਸ਼ੁਰੂਆਤ ਕੀਤੀ, ਤੂੰ ਮੇਰੇ ਪ੍ਰਾਣ ਆਧਾਰੇ ਪ੍ਰਭੂ ਜੀ, ਤੂੰ ਮੇਰੇ ਪ੍ਰਾਣ ਆਧਾਰੇ। ਆਪਾਂ ਇਸ ਸ਼ਬਦ ਨੂੰ ਕਈ ਵਾਰੀ ਸੁਣਦੇ ਆ ਗੁਰਬਾਣੀ ਦੇ ਵਿੱਚ, ਸਤਸੰਗਾਂ ਦੇ ਵਿੱਚ, ਲੇਕਿਨ ਇਸ ਸ਼ਬਦ ਦੇ ਪਿੱਛੇ ਜਿਹੜੀ ਗਹਿਰਾਈ ਛੁਪੀ ਹੋਈ ਹੈ ਆਪਾਂ ਨੂੰ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਸਾਹਿਬ ਸਾਡੇ ਸਾਹਮਣੇ ਇਸ ਸ਼ਬਦ ਦੇ ਜ਼ਰੀਏ ਪਰਮਾਤਮਾ ਨੂੰ ਸੰਬੋਧਿਤ ਕਰਦੇ ਹੋਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ हे ਮੇਰੇ ਪਰਮਾਤਮਾ, हे ਵਾਹਿਗੁਰੂ, हे ਮੇਰੇ ਪ੍ਰਾਣ ਦੇਣ ਵਾਲੇ, ਮੇਰਾ ਜਿਹੜਾ ਜੀਵਨ ਦਾ ਆਧਾਰ ਹੈ, ਜਿਹੜਾ ਇਹ ਮੇਰਾ ਜੀਵਨ ਚੱਲ ਰਿਹਾ ਹੈ, ਤੁਸੀਂ ਚਲਾਉਣ ਵਾਲੇ ਹੋ। ਜਿਹੜਾ ਮੇਰੀ ਜ਼ਿੰਦਗੀ ਦਾ ਅਸਤਿਤਵ ਹੈ, ਇਹ ਮੇਰੀ ਜੋ ਆਇਡੈਂਟੀਟੀ ਹੈ, ਇਸ ਨੂੰ ਚਲਾਉਣ ਵਾਲੇ ਵੀ ਤੁਸੀਂ ਹੋ। ਮੈਂ ਆਪ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਤੋਂ ਅਲੱਗ ਸਮਝ ਸਕਦਾ ਕਿ ਉਹ ਜਿਹੜੀ ਸ਼ਕਤੀ ਹੈ, ਉਹ ਜਿਹੜੀ ਕਰਤਾਰੀ ਸ਼ਕਤੀ ਹੈ, ਉਹ ਆਪ ਜੀ ਦੀ ਸ਼ਕਤੀ ਹੈ। ਆਪ ਮੈਨੂੰ ਚਲਾ ਰਹੇ ਹੋ, ਮੇਰੀ ਕੋਈ ਹਸਤੀ ਨਹੀਂ ਹੈ। ਫਿਰ ਅੱਗੇ ਆਪ ਕਹਿ ਰਹੇ ਹਨ, ਨਮਸਕਾਰ ਡੰਡੋਤ ਬੰਦਨਾ ਅਨੇਕ ਵਾਰ ਜਾਉਂ ਬਾਰੇ। ਫਿਰ ਆਪ ਕਹਿ ਰਹੇ ਹਨ ਕਿ ਪਰਮਾਤਮਾ, ਮੈਂ ਤਾਂ ਤੈਨੂੰ ਵਾਰ-ਵਾਰ ਜਾਂਦਾ ਹਾਂ, ਵਾਰ-ਵਾਰ ਤੈਨੂੰ ਪ੍ਰਣਾਮ ਕਰਦਾ ਹਾਂ, ਕਿਉਂਕਿ ਮੈਂ ਤਾਂ ਆਪਣੇ ਜੀਵਨ ਨੂੰ ਤੁਹਾਡੇ ਚਰਨਾਂ ਦੇ ਵਿੱਚ ਸਮਰਪਿਤ ਕਰਨਾ ਚਾਹੁੰਦਾ ਹਾਂ, ਕਿਉਂਕਿ ਮੇਰਾ ਜਿਹੜਾ ਜੀਵਨ ਹੈ, ਇਹ ਜਿਹੜਾ ਮੇਰਾ ਜੋ ਕੁਝ ਵੀ ਮੇਰੇ ਕੋਲ ਹੈ, ਉਸ ਦਾ ਜਿਹੜਾ ਆਧਾਰ ਹੈ, ਉਸ ਦਾ ਜਿਹੜਾ ਸਰੋਤ ਹੈ, ਉਹ ਤੁਸੀਂ ਹੋ। ਮੈਂ ਤੁਹਾਨੂੰ ਆਪਣੇ ਤੋਂ ਅਲੱਗ ਨਹੀਂ ਸਮਝ ਸਕਦਾ ਹਾਂ ਤੇ ਆਪਣੇ ਆਪ ਨੂੰ ਤੁਹਾਡੇ ਤੋਂ ਅਲੱਗ ਨਹੀਂ ਸਮਝ ਸਕਦਾ ਹਾਂ। ਅੱਜ ਮੇਰੇ ਕੋਲ ਪ੍ਰਾਣ ਹਨ, ਅੱਜ ਮੈਂ ਜੀਵਿਤ ਹਾਂ, ਤਾਂ ਉਸ ਨੂੰ ਚਲਾਉਣ ਵਾਲੇ ਵੀ ਤੁਸੀਂ ਹੋ। ਉਹ ਤੁਸੀਂ ਕਰਤਾਰੀ ਸ਼ਕਤੀ ਹੋ, ਤੁਸੀਂ ਮੇਰਾ ਇੱਕ ਮਾਤਰ ਸਹਾਰਾ ਹੋ। ਜਿਸ ਤਰੀਕੇ ਦੇ ਨਾਲ
शरीर बिना प्राण तो जीवित नहीं रह सकता, उस प्रकार ही एक शिष्य उस आध्यात्मिक रूप की शक्ति तो बिना जीवित नहीं रह सकता। क्योंकि जे आपां स्पिरिचुअली इस चीज ਨੂੰ ਸਮਝਣ ਦੀ कोशिश करिए तो इस पूरे संसार ਨੂੰ जे कोई ताकत चला रही है तो वो किड़ी ताकत है, वो करतारी ताकत है, उस मालिक दी ताकत है, वो शब्द है नामो उपजे नामो बिनसे, कि उस शब्द दे जरिए ये जिहड़ी पूरी कायनात है वो चल रही है। मालिक ने अपनी मौज दे विच आके ये पूरी कायनात बना दी, शब्द नूं दुनिया दे विच भेज दिता। मालिक अपनी मौज दे विच आऊगा, उस शब्द नूं वापस बुला लेगा, इस धरती दे उत्ते परलय महापरलय आ जूगी। उस नूं ये समझाण दी कोशिश कर रहे हैं, तू मेरे प्राण आधारे, कि ये जिहड़े मेरे प्राण चल रहे हैं ये तू चलाउण वाला है, जिहड़ी मेरी गति हो रही है तू कराउण वाला है, करण कराउण वाला तू आपे है, आपे करता आपे तू सवार रहा है, डंडोत बंधना। फिर आपे अगे आपां समझा रहे हैं, पूर्ण श्रद्धा दे नाल भूमि दे उत्ते मैं दंडवत प्रणाम करदा हां कि मेरे परमात्मा कि तू ही वो है मैं नाही वे सजना, तू ही वो है मैं नाही। अनेक बार जाऊं वारे, फिर अगे कह रहे हैं, मैं तो अपने जीवन नूं वार वार जांदा हां, अपने जीवन नूं थोड़े उत्ते न्यौछावर करदा हां कि तुसी मेरे जीवन नूं चलाउण वाले हो, मेरी कोई हस्ती नहीं है, थोड़ा एक सहारा है जिस दे करके मैं अगे चल रहा हां। तुसी देखो अज आप अपने जीवन नूं देखदे हां, आपां कदे भी उस मालिक नूं, उस करतारी शक्ति नूं क्रेडिट नहीं दिंदे। ये नहीं कि मालिक साडे तो क्रेडिट मंगदा है, लेकिन सानू तां ओ प्यार भी उस मालिक नूं नहीं दिंदे। इत्थे गुरु साहब बड़ी सोहनी तरीके दे नाल इन्नी वड्डी शख्सियत होने तो बावजूद इन्ने डाउन टू अर्थ बन के अपने आप नूं सरेंडर दी भावना दे विच ले जाके अपने परमात्मा दे सामने अपने आप नूं कंप्लीट सरेंडर दे नाल बो डाउन हो रहे हैं, झुक रहे हैं। लेकिन अज दा जिहड़ा इंसान है वो झुकण नूं तैयार नहीं है। इन्ने वड्डे गुरु शख्सियत होने तो बावजूद आप जी ने अपने जीवन नूं अपने परमात्मा दे प्रति निछावर कर दिता। लेकिन इंसान नूं देखिए, इंसान दे कोल जरा जी मान वडियाई आ जे, इंसान दे कोल कोई कुर्सी आ जे, इंसान अपने ही लोकां नूं भुल के बह जांदा है, परमात्मा तां दूर दी गल है। वो सोचता है कि मेथों वड्डा होर कोई नहीं हो सकता। वो सोचता है जिहड़ी धन दौलत है, ये जिहड़ा मान वडियाई है, ये जिहड़ा नेम फेम, ये जिहड़ी पावर मेरे कोल आई है, ये मेरे करके आई है। परमात्मा ने इंसान बनाया सी, लेकिन इंसान ने मैं और मेरी बना दिती। ते आपां नूं गुरु साहब तो समझण दी लोड़ है कि इन्नी वड्डी शख्सियत गुरु होण तो बावजूद जिन्हां दे एक हुक्म ते शिष्य जिहड़े सी लखा खड़े हो जाते सी, वो अपने आप नूं कह रहे हैं कि मेरे प्राण चलाउण वाला तो वो मालिक है, वो मालिक दे करके मैं चल रहा हाँ। आप जी ने कदे अपने आप नूं परमात्मा दा दर्जा नहीं दिता। ते सच्चा गुरु जिहड़ा हुंदा है वो उस दे ही रूप हुंदे हन, लेकिन फिर भी अपने आप नूं किन्ना नीवा करके चलदे हन, ये सीखण दी लोड़ है। हुण अगली कड़ी दे विच सानू की समझा रहे हन, ध्यान दे नाल सुनो जी। उठत बैठत सोवत जागत इह मन तुझे चितारे, सुख दुख इस मन की बिरथा तुद ही आगे सारे। हुण इस कड़ी दे विच गुरु साहब अपनी जिहड़ी ओ भगती है उसका जिहड़ा आधार है वो साडे सामने रख रहे हैं।
ਆਪ ਕਹਿ ਰਹੇ ਹਨ, ਊਠਤ ਬੈਠਤ ਸੋਵਤ ਜਾਗਤ ਯਹ ਮਨ ਤੁਝੇ ਚਿਤਾਰੇ। ਆਪ ਪੂਰੀ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਲੋਕੀ ਹੋ ਸਕਦਾ ਹੈ ਕੋਈ ਇੱਕ ਟਾਈਮ ਬਣਾ ਕੇ ਬੈਠੇ ਹੋਣ ਕਿ ਮੈਨੂੰ ਇਸ ਟਾਈਮ ਦੇ ਵਿੱਚ ਉਸ ਮਾਲਿਕ ਨੂੰ ਯਾਦ ਕਰਨਾ ਹੈ, ਜਾਂ ਕੋਈ ਪੂਜਾ ਪਾਠ ਕਰਨੀ ਹੈ, ਕੋਈ ਅਜ਼ਾਨ ਕਰਨੀ ਹੈ, ਕੋਈ ਨਮਾਜ਼ ਪੜ੍ਹਨੀ ਹੈ, ਗੁਰਦੁਆਰੇ ਜਾਣਾ ਹੈ। ਆਪ ਕਹਿ ਰਹੇ ਹਨ, ਊਠਤ ਬੈਠਤ ਸੋਵਤ ਜਾਗਤ। ਆਪ ਕਹਿ ਰਹੇ ਹਨ ਕਿ ਮੈਂ ਤਾਂ ਜਦ ਉੱਠਦਾ ਹਾਂ, ਭਾਵੇਂ ਸਵੇਰ ਹੋਵੇ ਭਾਵੇਂ ਸ਼ਾਮ ਹੋਵੇ, ਜਦ ਮੈਂ ਬੈਠਦਾ ਹਾਂ, ਜਦ ਮੈਂ ਸੌਂਦਾ ਹਾਂ, ਜਦ ਮੈਂ ਜਾਗਦਾ ਹਾਂ, ਇਹ ਜਿਹੜਾ ਮੇਰਾ ਮਨ ਹੈ ਉਹ ਤਾਂ ਸਿਰਫ ਤੁਹਾਨੂੰ ਹੀ ਚਿਤਾ ਰਿਹਾ ਹੈ, ਸਿਰਫ ਤੁਹਾਨੂੰ ਹੀ ਰਿਮੈਂਬਰ ਕਰ ਰਿਹਾ ਹੈ। ਮੈਂ ਤੁਹਾਡੀ ਯਾਦ ਦੇ ਵਿੱਚ ਹੀ ਬੈਠਾ ਹੋਇਆ ਹਾਂ। ਮੈਨੂੰ ਤਾਂ ਕੋਈ ਸੁੱਧ ਬੁੱਧ ਨਹੀਂ ਹੈ, ਮੈਨੂੰ ਯਾਦ ਨਹੀਂ ਰਹਿੰਦਾ। ਜਦ ਵੀ ਮੈਂ ਜਿਸ ਅਵਸਥਾ ਦੇ ਵਿੱਚ ਵੀ ਹਾਂ, ਸਿਰਫ ਮੈਨੂੰ ਤੁਹਾਡਾ ਧਿਆਨ ਹੈ, ਤੁਹਾਡੇ ਜਿਹੜਾ ਨਾਮ ਦੀ ਜਿਹੜੀ ਸਿਮਰਨ ਹੈ ਉਹ ਮੇਰੇ ਕੋਲ ਹੈ। ਬਾਕੀ ਜਿਹੜੀਆਂ ਸਾਰੀਆਂ ਸਮੇਂ ਹੈ ਉਹ ਮੇਰਾ ਤਾਂ ਤੁਹਾਡੇ ਕੋਲ ਹੈ। ਮੈਨੂੰ ਤਾਂ ਟਾਈਮ ਦਾ ਭੋਰਾ ਵੀ ਖਿਆਲ ਨਹੀਂ ਹੈ। ਜਿਸ ਵੀ ਅਵਸਥਾ ਦੇ ਵਿੱਚ ਮੈਂ ਰਹਿੰਦਾ ਹਾਂ, ਮੈਂ ਤਾਂ ਮਾਲਿਕ ਤੇਰੀ ਯਾਦ ਦੇ ਵਿੱਚ ਰਹਿੰਦਾ ਹਾਂ। ਤੁਸੀਂ ਦੇਖੋ, ਇਨਸਾਨ ਪੂਰੇ ਦਿਨ काम करता है, फिर सवाल उठता है कि जी ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ ਜੀ ਆਪਾਂ ਆਪਣਾ ਕੰਮ ਵੀ ਕਰ ਲਈਏ ਤੇ ਨਾਲ ਉਸ ਮਾਲਿਕ ਨੂੰ 24 ਘੰਟੇ ਯਾਦ ਵੀ ਕਰ ਲਈਏ। ਤਾਂ ਸੰਬੰਧ ਜਿਹੜਾ ਹੈ ਉਹ ਸ਼ਬਦਾਂ ਦੇ ਨਾਲ ਜੋੜਾ ਜਾਂਦਾ ਹੈ। ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਠਤ ਬੈਠਤ ਸੋਵਤ ਜਾਗਤ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਪਿੱਛੇ ਹਟਾ ਕੇ, ਆਪਣੀ ਜ਼ਿੰਮੇਵਾਰੀਆਂ ਨੂੰ ਪਿੱਛੇ ਹਟਾ ਕੇ ਸਿਰਫ ਭਜਨ ਸਿਮਰਨ ਦੇ ਵਿੱਚ ਬੈਠੇ ਰਹੀਏ। ਆਪ ਜੀ ਕਹਿ ਰਹੇ ਹਨ, ਉਠਤ ਬੈਠਤ ਸੋਵਤ ਜਾਗਤ ਦਾ ਅਸਲੀ ਮਤਲਬ ਹੈ ਕਿ ਆਪਾਂ ਜਿਸ ਕਾਰਜ ਨੂੰ ਵੀ ਕਰ ਰਹੇ ਹਨ ਉਸ ਨੂੰ ਮਾਲਿਕ ਦਾ ਸਮਝ ਕੇ ਕਰੀਏ, ਉਹ ਮਾਲਿਕ ਦੀ ਦਾਤ ਸਮਝ ਕੇ ਕਰੀਏ। ਡਿਊਟੀ ਤੇ ਜਾਂਦੇ ਆ, ਮਿਹਨਤ ਤੇ ਜਾਂਦੇ ਆ, ਕਿਸੇ ਹੋਰ ਕੰਮ ਦੇ ਲਈ ਜਾਂਦੇ ਆ, ਮਾਲਿਕ ਦਾ ਸਮਝ ਕੇ ਜਾਈਏ। ਉੱਥੇ ਵੀ ਮਾਲਿਕ ਦਾ ਸਿਮਰਨ ਜਿਹੜਾ ਹੈ ਉਹ 24 ਘੰਟੇ ਚੱਲਦਾ ਰਹਿਣਾ ਚਾਹੀਦਾ ਹੈ। ਆਪਣੀ ਜ਼ਿੰਮੇਵਾਰੀਆਂ ਨਾਲ ਨਿਭਾਉਂਦੇ ਆ, ਮਾਲਿਕ ਨੂੰ ਉੱਤੇ ਛੱਡ ਕੇ ਕਿ ਮਾਲਿਕ ਮੈਂ ਤਾਂ ਸਿਰਫ ਇੱਕ ਮੀਡੀਅਮ ਹਾਂ, ਲੇਕਿਨ ਕਰਾਉਣ ਵਾਲਾ ਤੂੰ ਹੈ। ਉਸ ਨੂੰ 24 ਘੰਟੇ ਮਾਲਿਕ ਦਾ ਧਿਆਨ ਕਹਿੰਦੇ ਆ। ਭਜਨ ਸਿਮਰਨ ਦਾ ਆਪਣਾ ਇੱਕ ਵਕਤ ਹੈ, ਲੇਕਿਨ ਉਹ ਜਿਹੜਾ ਪੂਰਾ ਮਾਹੌਲ ਹੈ ਉਹ ਤਾਂ 24 ਘੰਟੇ ਬਣਾਇਆ ਜਾ ਸਕਦਾ ਹੈ ਜਦ ਆਪਾਂ ਆਪਣੇ ਆਪ ਨੂੰ ਹਰ ਚੀਜ਼ ਉਸ ਮਾਲਿਕ ਨੂੰ ਸਮਝ ਕੇ ਕਰੀਏ। ਰੋਟੀ ਖਾਂਦੇ ਆ ਉਸ ਮਾਲਿਕ ਦਾ ਸ਼ੁਕਰ, ਪਾਣੀ ਪੀਂਦੇ ਆ ਉਸ ਮਾਲਿਕ ਦਾ ਸ਼ੁਕਰ, ਅੱਜ ਸਾਡੀਆਂ ਅੱਖਾਂ ਖੁੱਲ ਗਈ ਮਾਲਿਕ ਦਾ ਸ਼ੁਕਰ, ਅੱਜ ਰਾਤ ਨੂੰ ਸੌਣ ਦਾ ਟਾਈਮ ਮਿਲ ਗਿਆ ਮਾਲਿਕ ਦਾ ਸ਼ੁਕਰ, ਸਵੇਰੇ ਅੱਖ ਖੁੱਲ ਗਈ ਮਾਲਿਕ ਦਾ ਸ਼ੁਕਰ। ਜੇ ਹਰ ਚੀਜ਼ ਦੇ ਵਿੱਚ ਉਸ ਮਾਲਿਕ ਦਾ ਸ਼ੁਕਰ ਰੱਖਾਂਗੇ, ਉਸ ਮਾਲਿਕ ਦੇ ਨਾਲ ਆਪਣੇ ਆਪ ਨੂੰ ਜੋੜਾਂਗੇ ਤਾਂ ਸਾਡੀ ਵੀ ਇਹ ਅਵਸਥਾ ਬਣ ਜਾਵੇਗੀ। ਭਾਵੇਂ ਆਪਾਂ ਉੱਠਦੇ ਹੋਈਏ, ਭਾਵੇਂ ਆਪਾਂ ਬੈਠਦੇ ਹੋਈਏ, ਭਾਵੇਂ ਆਪਾਂ ਸੁਣਦੇ ਹੋਈਏ, ਭਾਵੇਂ ਆਪਾਂ ਜਾਗਦੇ ਹੋਈਏ, ਇੱਕੋ ਹੀ ਖਿਆਲ ਹੋਵੇਗਾ, ਮੇਰਾ ਮਾਲਿਕ, ਮੇਰਾ ਮਾਲਿਕ, ਮੇਰਾ ਮਾਲਿਕ। ਉਹ ਅਵਸਥਾ ਤੱਕ ਜਾਣਾ ਹੈ। ਫਿਰ ਅੱਗੇ ਆਪ ਕਹਿ ਰਹੇ ਹਨ, ਸੁਖ ਦੁੱਖ ਇਸ ਮਨ ਕੀ ਬਿਰਥਾ ਤੁਧ ਹੀ ਆਗੇ ਸਾਰੇ। ਹੁਣ ਤੁਸੀਂ ਦੇਖੋ, ਸਾਡੇ ਘਰ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਜਾਂਦੀ ਹੈ, ਆਪਾਂ ਕੀ ਕਰਦੇ ਹਾਂ? ਰੋਣਾ ਗਿਣਾਣਾ ਸ਼ੁਰੂ ਕਰ ਦਿੰਦੇ ਹਾਂ। ਪਾਰ ਦੇ ਲੋਕਾਂ ਨੂੰ ਜਾ ਕੇ ਆਪਣਾ ਦੁੱਖ ਸੁਣਾਉਂਦੇ ਆ, ਉਹ ਸਾਡਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੰਦੇ ਆ। ਅੱਜ ਦਾ ਜ਼ਮਾਨਾ ਤਾਂ ਇਹੋ ਜਿਹਾ ਹੈ, ਕਿਸੇ ਨੂੰ ਆਪਣਾ ਦੁੱਖ ਤੁਸੀਂ ਦੱਸਦੇ ਹੋ, ਉਹ ਤੁਹਾਡੇ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਕਿੱਥੇ ਮੇਰੇ ਤੋਂ ਪੈਸੇ ਨਾ ਮੰਗ ਲੈਣ, ਕਿੱਥੇ ਕਦੇ ਮੇਰੇ ਤੋਂ ਕੋਈ ਮਦਦ ਨਾ ਮੰਗ ਲੈਣ, ਕਿਤੇ ਮੇਰੇ ਉੱਤੇ ਆ ਕੇ ਡਿਪੈਂਡੈਂਟ ਨਾ ਬਣ ਜੇ। ਤਾਂ ਉਹ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਸੁੱਖ ਦੁੱਖ ਇਸ ਮਨ ਕੀ ਬਿਰਥਾ ਤੁਧ ਹੀ ਆਗੇ ਸਾਰੇ। ਕਿ ਮੈਂ ਤਾਂ ਮਾਲਿਕ, ਜੇ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਆਉਂਦਾ ਹੈ, ਕੋਈ ਦੁੱਖ ਆਉਂਦਾ ਹੈ, ਉਸकी ਜਿਹੜੇ ਮੇਰੇ ਮਨ ਦੇ ਵਿੱਚ ਕੋਈ ਬਿਰਥਾ ਉੱਠਦੀ ਹੈ, ਕੋਈ ਅਹਿਸਾਸ ਹੁੰਦਾ ਹੈ, ਮੈਂ ਤਾਂ ਸਭ ਕੁਝ ਤੇਰੇ ਅੱਗੇ ਸੌਂਪਦਾ ਹਾਂ। ਮਾਲਿਕ ਤੂੰ ਹੀ ਹੈ, ਮੈਂ ਤਾਂ ਸਭ ਕੁਝ ਤੇਰੇ ਸਾਹਮਣੇ ਰੱਖ ਦਿੰਦਾ ਹਾਂ। ਸੱਚਾ ਭਗਤ ਕੌਣ ਹੈ? ਜਿਹੜਾ ਆਪਣੇ ਗੁਰੂ, ਆਪਣੇ ਪਰਮਾਤਮਾ ਦੇ ਸਾਹਮਣੇ ਸਾਰੀਆਂ ਚੀਜ਼ਾਂ ਰੱਖ ਦੇਣ ਕਿ ਮਾਲਿਕ, ਮੇਰੀ ਜ਼ਿੰਦਗੀ ਦਾ ਹਰ ਸੁੱਖ ਦਾ, ਹਰ ਦੁੱਖ ਦਾ, ਜੋ ਵੀ ਮੇਰੇ ਅੰਦਰ ਚੱਲ ਰਿਹਾ ਹੈ, ਮੇਰੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ, ਮਾਲਿਕ ਮੈਂ ਤੈਨੂੰ ਸੌਂਪਦਾ ਹਾਂ। ਫਿਰ ਉਸ ਦੀ ਜ਼ਿੰਮੇਵਾਰੀ ਹੈ। ਮੈਂ ਤਾਂ ਆਪਣੇ ਮਨ ਦੀ ਹਰ ਗੱਲ ਉਸ ਮਾਲਿਕ ਦੇ ਸਾਹਮਣੇ ਕਰਦਾ ਹਾਂ। ਗੁਰੂ ਸਾਹਿਬ ਸਾਡੇ ਸਾਹਮਣੇ ਰੱਖ ਰਹੇ ਹਨ। ਆਪਾਂ ਵਿੱਚੋਂ ਕਿੰਨੇ ਹਾਂ ਜਿਹੜਾ ਉਸ ਮਾਲਿਕ ਦੇ ਨਾਲ ਗੱਲ ਕਰਦੇ? ਫਿਰ ਸਾਨੂੰ ਸਵਾਲ ਉੱਠਦਾ ਹੈ
ਕਿ ਜੀ ਗੱਲ ਤਾਂ ਉਹਦੇ ਨਾਲ ਕੀਤੀ ਜਾਂਦੀ ਹੈ ਜਿਹੜਾ ਸਾਹਮਣੇ ਤੋਂ ਜਵਾਬ ਦੇ ਸਕੇ। ਲੇਕਿਨ ਭਾਈ ਸਾਨੂੰ ਗਹਿਰਾਈ ਦੇ ਵਿੱਚ ਸਮਝਣ ਦੀ ਲੋੜ ਹੈ। ਇੱਕ ਮਾਂ ਜਦ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਛੋਟੇ ਬੱਚੇ ਦੇ ਮੁਖ ਦੇ ਵਿੱਚ ਬੋਲ ਨਹੀਂ ਹੁੰਦੇ, ਲੇਕਿਨ ਮਾਂ ਨੂੰ ਫਿਰ ਵੀ ਪਤਾ ਹੁੰਦਾ ਹੈ ਕਿ ਇਸ ਬੱਚੇ ਨੂੰ ਕਦ ਦੁੱਧ ਪਿਆਣਾ ਹੈ, ਕਦ ਇਸ ਨੂੰ ਰੋਟੀ ਦੇਣੀ ਹੈ, ਕਦ ਇਸ ਨੂੰ ਭੁੱਖ ਲੱਗੀ ਹੋਵੇਗੀ, ਕਦ ਇਹਨੂੰ ਕੋਈ ਦੁੱਖ ਤਕਲੀਫ ਹੈ। ਬੱਚੇ ਦੇ ਮੂੰਹ ਦੇ ਵਿੱਚ ਸ਼ਬਦ ਨਹੀਂ ਹੁੰਦੇ। ਜੇ ਇੱਕ ਮਾਂ ਸਮਝ ਸਕਦੀ ਹੈ ਕਿ ਮੇਰੇ ਬੱਚੇ ਨੂੰ ਕਿਸ ਵਕਤ ਦੁੱਧ ਦੀ ਲੋੜ ਹੈ, ਕਿਸ ਵਕਤ ਉਹਨੂੰ ਸੋਣਾ ਹੈ, ਕਦ ਉਹਦੇ ਜਿਸਮ ਦੇ ਵਿੱਚ ਕੋਈ ਦੁੱਖ ਤਕਲੀਫ ਹੈ, ਹੁਣ ਸਵਾਲ ਉੱਠਦਾ ਹੈ ਬੱਚੇ ਨੇ ਤਾਂ ਕਹਾ ਨਹੀਂ, ਲੇਕਿਨ ਫਿਰ ਵੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਕੁੱਲ ਮਾਲਿਕ ਜਿਹੜਾ ਸਾਰਿਆਂ ਦੀ ਮਾਂ ਹੈ, ਸਾਰਿਆਂ ਦਾ ਬਾਪ ਹੈ, ਕਿ ਉਹਨੂੰ ਸਾਡੀ ਅਵਸਥਾ ਦਾ ਨਹੀਂ ਪਤਾ ਲੱਗੂਗਾ ਕਿ ਆਪਾਂ ਉਹਦੇ ਸਾਹਮਣੇ ਆਪਣੀ ਜਿਹੜੀ ਉਹ ਅਵਸਥਾ ਹੈ ਉਹ ਨਹੀਂ ਰੱਖ ਸਕਦੇ। ਸਾਨੂੰ ਸਮਝਣ ਦੀ ਲੋੜ ਹੈ। ਉਸ ਗਹਿਰਾਈ ਨੂੰ ਸਮਝਾ ਰਹੇ ਹਨ ਕਿ ਜੇ ਕੋਈ ਸੁੱਖ ਹੈ, ਕੋਈ ਦੁੱਖ ਹੈ, ਮਾਲਿਕ ਤੇਰੇ ਸਾਹਮਣੇ ਰੱਖਦਾ ਹਾਂ, ਤੂੰ ਜਾਨੀ ਜਾਣ ਹੈ। ਜੇ ਤੂੰ ਦੇਣ ਦੀ ਤਾਕਤ ਰੱਖਦਾ ਹੈ, ਜੇ ਤੂੰ ਲੈਣ ਦੀ ਤਾਕਤ ਰੱਖਦਾ ਹੈ, ਤਾਂ ਕੀ ਤੂੰ ਜਾਣਨ ਦੀ ਤਾਕਤ ਨਹੀਂ ਰੱਖਦਾ? ਉਹ ਸਾਡੇ ਸਾਹਮਣੇ ਰੱਖ ਰਹੇ ਕਿ ਉਹ ਜਿਹੜੀ ਬਿਰਥਾ ਹੈ ਉਹ ਮਾਲਿਕ ਤੇਰੀ ਹੈ। ਹੁਣ ਤੁਸੀਂ ਦੇਖੋ ਗੁਰੂ ਅਰਜਨ ਦੇਵ ਜੀ ਦਾ ਜਦ ਆਪਾਂ ਜੀਵਨ ਪੜ੍ਹਦੇ ਹਾਂ, ਗੁਰੂਆਂ ਦੀ ਜਿਹੜਾ ਜੀਵਨ ਪੜ੍ਹਦੇ ਹਾਂ, ਤਾਂ ਸਾਡਾ ਜਿਹੜਾ ਮਨ ਹੈ ਉਹ ਉਸ ਅਵਸਥਾ ਨੂੰ ਸਮਝਣ ਦੇ ਲਈ ਉਹਨਾਂ ਸਮਝ ਨਹੀਂ ਸਕਦਾ ਉਸ ਕਠਿਨਾਈ ਨੂੰ। ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਇੰਨੀਆਂ ਕਠਿਨਾਈਆਂ ਝੇਲੀਆਂ। ਲਾਹੌਰ ਦੇ ਵਿੱਚ ਜਦ ਉਹਨਾਂ ਨੂੰ ਯਾਤਨਾएं ਦਿੱਤੀ ਜਾ ਰਹੀ ਸੀ, ਉਹਨਾਂ ਨੂੰ ਤੱਤੇ ਤਵੇ ਦੇ ਉੱਤੇ ਬਿਠਾਇਆ ਜਾ ਰਿਹਾ ਸੀ, ਉਹਨਾਂ ਦੇ ਉੱਤੇ ਗਰਮ ਰੇਤ ਡਾਲੀ ਜਾ ਰਹੀ ਸੀ, ਸੁਣਨ ਦੇ ਵਿੱਚ ਹੀ ਮਨ ਬੋਖਲਾ ਜਾਂਦਾ ਹੈ। ਇੰਨਾ ਉਹਨਾਂ ਨੂੰ ਪੇਨ ਦਿੱਤਾ ਜਾ ਰਿਹਾ ਸੀ, ਇੰਨਾ ਦਰਦ ਦਿੱਤਾ ਜਾ ਰਿਹਾ ਸੀ। ਸਾਨੂੰ ਕੋਈ ਕੀਲ ਚੁੱਭ ਜਾਂਦੀ ਹੈ, ਉਹਦਾ ਦਰਦ ਹੀ ਸਾਨੂੰ ਇੰਨਾ ਹੁੰਦਾ ਹੈ ਕਿ ਆਪਾਂ ਬਿਆਨ ਨਹੀਂ ਕਰ ਸਕਦੇ। ਹੁਣ ਤੁਸੀਂ ਅਹਿਸਾਸ ਕਰੋ ਕਿ ਗਰਮ ਤੱਤੇ ਦੇ ਉੱਤੇ ਬਿਠਾ ਕੇ, ਤਵੇ ਦੇ ਉੱਤੇ ਬਿਠਾ ਕੇ ਉਹ ਰੇਤ ਉਹਨਾਂ ਦੇ ਉੱਤੇ ਡਾਲੀ ਜਾ ਰਹੀ ਸੀ। ਜੇ ਸਾਨੂੰ ਕੋਈ ਕੀਲ ਲੱਗ ਜਾਵੇ, ਕੋਈ ਠੋਕਰ ਲੱਗ ਜਾਵੇ, ਆਪਾਂ ਬੜੇ ਕਹਿ ਦਿੰਦੇ ਆ ਜੀ ਪਤਾ ਨਹੀਂ ਅੱਜ ਕਿਹਦਾ ਮੂੰਹ ਦੇਖਿਆ ਸੀ, ਪਤਾ ਨਹੀਂ ਅੱਜ ਮਾਲਿਕ ਮੇਰੇ ਨਾਲ ਕਿਉਂ ਹੋ ਗਿਆ। ਤੁਸੀਂ ਦੇਖੋ ਉਹਨਾਂ ਨੇ ਉਸ ਅਵਸਥਾ ਦੇ ਵਿੱਚ ਚੀਖਾਂ ਨਹੀਂ ਮਾਰੀਆਂ। ਉਹਨਾਂ ਨੇ ਕੀ ਕਿਹਾ? ਤੇਰਾ ਭਾਣਾ ਮਿੱਠਾ ਲਾਗੇ, ਕਿ ਮੇਰੇ ਮਾਲਿਕ ਜੋ ਤੂੰ ਕੁਝ ਵੀ ਮੇਰੇ ਨਾਲ ਹੋ ਰਿਹਾ ਹੈ ਇਹ ਵੀ ਤੇਰਾ ਭਾਣਾ ਹੈ, ਇਸ ਦੇ ਵਿੱਚ ਵੀ ਕੋਈ ਨਾ ਕੋਈ ਹਿਡਨ ਤੇਰੀ ਕੋਈ ਬਖਸ਼ੀਸ਼ ਹੈ, ਕਿ ਜੋ ਵੀ ਹੋ ਰਿਹਾ ਹੈ ਤੇਰਾ ਭਾਣਾ ਮਿੱਠਾ ਲੱਗ, ਇਹ ਵੀ ਮੈਨੂੰ ਮਿੱਠਾ ਲੱਗ ਰਿਹਾ ਹੈ। ਇਸ ਤੋਂ ਉੱਚੀ ਤੇ ਸੂਚੀ ਅਵਸਥਾ ਹੋਰ ਕੀ ਹੋ ਸਕਦੀ ਹੈ? ਸਾਨੂੰ ਸਮਝਣ ਦੀ ਲੋੜ ਹੈ। ਫਿਰ ਵੀ ਆਪਣਾ ਦੁੱਖ ਕਿਸ ਨੂੰ ਰੱਖ ਰਹੇ ਹਨ? ਉਸ ਮਾਲਿਕ ਦੇ ਸਾਹਮਣੇ ਰੱਖ ਰਹੇ ਹਨ। ਆਪਣੇ ਪਰਿਵਾਰ ਦੇ ਸਾਹਮਣੇ ਵੀ ਨਹੀਂ ਰੱਖਿਆ, ਆਪਣੇ ਕਿਸੇ ਯਾਰ ਦੋਸਤ ਦੇ ਸਾਹਮਣੇ ਵੀ ਨਹੀਂ ਰੱਖਿਆ, ਉਸ ਮਾਲਿਕ ਦੇ ਸਾਹਮਣੇ ਰੱਖਿਆ। ਬਚਨ ਉਚਾਰਿਆ ਤੇਰਾ ਭਾਣਾ ਮਿੱਠਾ ਲਾਗੇ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਤੇ ਜੋ ਕੁਝ ਵੀ ਹੋ ਰਿਹਾ ਹੈ ਮਾਲਿਕ, ਤੈਨੂੰ ਸੋਚਦਾ ਹਾਂ, ਤੇਰੇ ਅੱਗੇ ਰੱਖ, ਤੈਨੂੰ ਸਾਰਾ ਕੁਝ ਪਤਾ ਹੈ। ਤਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਨੂੰ ਜੇ ਕੋਈ ਦੁੱਖ ਤਕਲੀਫ ਆਉਂਦੀ ਹੈ, ਸਭ ਤੋਂ ਪਹਿਲਾਂ ਉਸ ਮਾਲਿਕ ਦੇ ਸਾਹਮਣੇ ਰੱਖੋ, ਉਸ ਮਾਲਿਕ ਨੂੰ ਬਤਾਓ, ਉਹ ਜ਼ਰੂਰ ਸੁਣੇਗਾ। ਲੇਕਿਨ ਸਾਡੀ ਜਿਹੜੀ ਚਾਹਤ ਹੈ, ਜਿਹੜੀ ਹਸਤੀ ਹੈ, ਉਹ ਆਪਾਂ ਬਾਹਰ ਲੱਭਦੇ ਹਾਂ। ਆਪਾਂ ਸੋਚਦੇ ਹਾਂ ਕੋਈ ਬਾਹਰ ਦਾ ਆ ਕੇ ਸਾਡੀ ਜ਼ਿੰਮੇਵਾਰੀ ਚੁੱਕ ਲੂਗਾ। ਮਾਲਿਕ ਸਾਧਨ ਭੇਜ ਸਕਦਾ ਹੈ, ਮਾਲਿਕ ਮੀਡੀਅਮ ਭੇਜ ਸਕਦਾ ਹੈ, ਮਦਦਗਾਰ ਭੇਜ ਸਕਦਾ ਹੈ, ਲੇਕਿਨ ਉਸ ਮਾਲਿਕ ਦੇ ਅੱਗੇ ਸਾਰੀਆਂ ਚੀਜ਼ਾਂ ਰੱਖੋਗੇ, ਮਾਲਿਕ ਜ਼ਰੂਰ ਸੁਣੂਗਾ। ਹੁਣ ਅਗਲੀ ਕੜੀ ਦੇ ਵਿੱਚ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ, ਤੁਮ ਹੈ ਮੇਰੇ ਪਰਵਾਰ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ, ਤੁਮ ਹੈ ਮੇਰੇ ਪਰਿਵਾਰ। ਹੁਣ ਇਸ ਕੜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਾਡੇ ਸਾਹਮਣੇ
ਉਹ ਜਿਹੜੀ ਸੰਸਾਰ ਦੀ ਜਿਹੜੀ ਰਿਐਲਿਟੀ ਹੈ, ਜਿਹੜੀ ਸੱਚਾਈ ਹੈ, ਉਸ ਨੂੰ ਸਾਡੇ ਸਾਹਮਣੇ ਰੱਖ ਰਹੇ ਹਨ। ਦੇਖੋ, ਆਮ ਤੌਰ ਦੇ ਉੱਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਆਪਾਂ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡਾ ਜਨਮ ਹੁੰਦਾ ਹੈ, ਜਿਸ ਪਰਿਵਾਰ ਦੇ ਵਿੱਚ ਜਨਮ ਹੁੰਦਾ ਹੈ, ਉੱਥੇ ਜਿਹੜੇ ਆਲੇ ਦੁਆਲੇ ਦੇ ਬੱਚੇ ਹੁੰਦੇ ਹਨ, ਉਹਦੇ ਨਾਲ ਸਾਡੀਆਂ ਦੋਸਤੀਆਂ ਹੋ ਜਾਂਦੀਆਂ ਹਨ। ਥੋੜੇ ਵੱਡੇ ਹੁੰਦੇ ਹਾਂ, ਬਾਹਰ ਖੇਲਣ ਜਾਂਦੇ ਹਾਂ, ਉੱਥੇ ਸਾਡੇ ਯਾਰ ਦੋਸਤ ਬਣ ਜਾਂਦੇ ਹਨ। ਫਿਰ ਥੋੜੇ ਜਿਹੇ ਵੱਡੇ ਹੁੰਦੇ ਹਾਂ, ਸਕੂਲ ਜਾਂਦੇ ਹਾਂ, ਫਿਰ ਕੋਈ ਨਾ ਕੋਈ ਯਾਰ ਦੋਸਤ ਬਦਲ ਜਾਂਦੇ ਹਨ। ਫਿਰ ਸਕੂਲ ਜਾਂਦੇ, ਫਿਰ ਕਾਲਜ ਜਾਂਦੇ ਹਾਂ, ਉੱਥੇ ਸਾਡੇ ਯਾਰ ਦੋਸਤ ਬਦਲ ਜਾਂਦੇ ਹਨ। ਫਿਰ ਕਿਤੇ ਜਾ ਕੇ ਕਦੇ ਨੌਕਰੀ ਦੇ ਉੱਤੇ ਜਾਂਦੇ ਹਾਂ, ਫਿਰ ਸਾਡੇ ਯਾਰ ਦੋਸਤ ਬਦਲ ਜਾਂਦੇ ਹਨ। ਤਾਂ ਇਹ ਜਿਹੜਾ ਬਦਲਣ ਦਾ ਜਿਹੜਾ ਸਿਲਸਿਲਾ ਹੈ, ਇਹ ਤਾਂ ਬਦਲਦਾ ਰਹਿੰਦਾ ਹੈ। ਲੇਕਿਨ ਆਪਾਂ ਸੋਚਦੇ ਹਾਂ ਕਿ ਇਹ ਜਿਹੜੇ ਲੋਕੀ ਹਨ, ਇਹ ਸਾਡਾ ਸਾਥ ਨਿਭਾ ਸਕਦੇ ਹਾਂ, ਇਹ ਸਾਡੀ ਗਲਤਫਹਿਮੀ ਹੈ। ਇਹ ਇਸ ਦੁਨੀਆ ਦੀ ਕੜਵੀ ਸੱਚਾਈ ਹੈ ਕਿ ਇੱਥੇ ਜਿਹੜੇ ਰਿਸ਼ਤੇ ਹੈ, they are not made out of love, they are made out of deal। ਕਿ ਇੱਥੇ ਜਿਹੜੇ ਰਿਸ਼ਤੇ ਹਨ, ਉਹ ਪਿਆਰ ਦੇ ਰਿਸ਼ਤੇ ਨਹੀਂ ਹਨ, ਉਹ ਇੱਕ ਡੀਲ ਦੇ ਰਿਸ਼ਤੇ ਹਨ, ਗਰਜ਼ ਦੇ ਰਿਸ਼ਤੇ ਹਨ। ਹੁਣ ਦੇਖੋ, ਤੁਸੀਂ ਕਿਸੇ ਦੇ ਨਾਲ ਦੋਸਤੀ ਨਿਭਾਉਂਦੇ ਹੋ, ਦੋਸਤੀ ਪਿਆਰ ਦੀ ਹੋਣੀ ਚਾਹੀਦੀ ਹੈ, ਜਿਹੜਾ ਤੁਹਾਡੇ ਸੁੱਖ ਦੇ ਨਾਲ ਵੀ ਖੜਾ ਹੋਵੇ, ਦੁੱਖ ਦੇ ਨਾਲ ਵੀ ਖੜਾ ਹੋਵੇ। ਲੇਕਿਨ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਉਹ ਦੋਸਤੀ ਰਹਿਤੀ ਹੈ, ਤੁਹਾਡੇ ਕੋਲ ਪੈਸਾ ਹੈ, ਤੁਸੀਂ ਕਿਸੇ ਦੇ ਉੱਤੇ ਖਰਚ ਕਰਦੇ ਹੋ, ਉਹਨਾਂ ਚਿਰ ਤੁਹਾਡੇ ਨਾਲ ਜਦ ਤੁਹਾਡੇ ਕੋਲ ਪੈਸਾ ਖਤਮ ਹੋ ਜਾਂਦਾ ਹੈ, ਤੁਹਾਡੇ ਉੱਤੇ ਪੋਜੀਸ਼ਨ ਨਹੀਂ ਰਹਿੰਦੀ, ਉਹੀ ਯਾਰ ਦੋਸਤ ਤੁਹਾਡੇ ਤੋਂ ਦੂਰੀਆਂ ਬਣਾ ਲੈਂਦੇ ਹਨ, ਤੁਹਾਡਾ ਫੋਨ ਤੱਕ ਨਹੀਂ ਚੁੱਕਦੇ। ਇਹ ਸਾਡੇ ਸੱਚੇ ਰਿਸ਼ਤੇ ਸੀ। ਆਪਾਂ ਘਰ ਦੀ ਗੱਲ ਕਰਦੇ ਹਾਂ, ਭਾਈ ਜ਼ਮੀਨ ਦੇ ਵਿੱਚ ਲੜਦੇ ਹਾਂ। ਸਭ ਤੋਂ ਕੂੜਾ ਰਿਸ਼ਤਾ ਮਾਂ-ਬਾਪ ਦਾ ਹੁੰਦਾ ਹੈ। ਮਾਂ-ਬਾਪ ਨੂੰ ਵੀ ਕਿਤੇ ਨਾ ਕਿਤੇ ਇਹ ਰਹਿੰਦਾ ਹੈ ਕਿ ਬੱਚਾ ਵੱਡਾ ਹੋ ਜੇ, ਸਾਡਾ ਬੁਢਾਪੇ ਦਾ ਸਹਾਰਾ ਬਣ ਜੇ। ਇਹ ਨਹੀਂ ਕਿ ਆਪਾਂ ਆਪਣੀ ਜ਼ਿੰਮੇਵਾਰੀਆਂ ਨੂੰ ਭੁੱਲ ਜਾਈਏ, ਜੇ ਆਪਣੇ ਮਾਂ-ਬਾਪ ਨੂੰ ਗਲਤ ਕਹਿਣਾ ਸ਼ੁਰੂ ਕਰ ਦਈਏ। ਗੁਰੂ ਸਾਹਿਬ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਜੋ ਵੀ ਰਿਸ਼ਤਾ ਹੈ, ਉਸ ਦੇ ਨਾਲ ਕੋਈ ਨਾ ਕੋਈ ਗਰਜ ਜੁੜੀ ਹੋਈ ਹੈ। ਜਿੰਨਾ ਚਿਰ ਉਹ ਗਰਜ ਹੈ, ਜਿੰਨਾ ਚਿਰ ਉਹ ਰਿਸ਼ਤੇ ਚੱਲਦੇ ਹਨ। ਗਰਜ ਪੂਰੀ ਹੋ ਜਾਂਦੀ ਹੈ, ਰਿਸ਼ਤਾ ਖਤਮ ਹੋ ਜਾਂਦਾ ਹੈ। ਸ਼ਮਸ਼ਾਨ ਘਾਟ ਦੇ ਵਿੱਚ ਜਦ ਕੋਈ ਜਾਂਦਾ ਹੈ, ਕਿ ਕੋਈ ਅਜੇ ਤੱਕ ਕੋਈ ਐਸਾ ਯਾਰ, ਕੋਈ ਐਸਾ ਘਰ ਪਰਿਵਾਰ ਦਾ ਬਣਾ ਹੈ ਜਿਹੜਾ ਉਸ ਅਗਨੀ ਦੇ ਵਿੱਚ ਕਹਿ ਸਕੇ ਕਿ ਮੈਂ ਵੀ ਆਪਣੇ ਯਾਰ ਦੇ ਨਾਲ ਜਾਵਾਂਗਾ? ਨਹੀਂ ਜਾ ਸਕਦਾ। ਸਭ ਦੀ ਜਿਹੜੀ ਜ਼ਿੰਦਗੀ ਹੈ ਅੱਗੇ ਵੱਧ ਜਾਂਦੀ ਹੈ। ਉਹੀ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਜਿਹੜੀ ਸੱਚੀ ਓਟ ਹੈ ਉਹ ਕੌਣ ਹੈ? ਉਹ ਮਾਲਿਕ ਹੈ, ਜਿਹੜਾ ਇੱਥੇ ਉੱਥੇ ਨਾਲ, ਜਿਹੜਾ ਜਿਉਂਦੇ ਜੀ ਵੀ ਸਾਡੇ ਨਾਲ ਰਹਿੰਦਾ ਹੈ, ਮਰਨ ਤੋਂ ਬਾਅਦ ਵੀ ਸਾਡੇ ਨਾਲ ਰਹਿੰਦਾ ਹੈ। ਬਲ ਬੁੱਧ ਧਨ ਤੁਮ ਹੀ। ਬਲ, ਪਾਵਰ। ਆਪਾਂ ਸੋਚਦੇ ਹਾਂ ਕਿ ਆਪਾਂ ਨੇ ਇਹ ਜਿਹੜਾ ਬਾਹੂਬਲ ਬਣਾ ਲਿੱਤਾ, ਪਾਵਰ ਬਣਾ ਲਿੱਤੀ, ਇਹ ਸਾਡਾ ਬਲ ਹੈ। ਭਰਾਵਾ, ਇਨਸਾਨ ਇੱਕ ਜਰਾ ਜੀ ਕਿਸੇ ਪੌੜੀ ਤੋਂ ਡਿੱਗ ਜੇ, ਖਤਮ ਹੋ ਜਾਂਦਾ ਹੈ। तो बल कह रहे हम कि बल की है? वो मालिक दा बल है, बचाउण वाला वो मालिक है। सब तो बड़ा बल मेरा मालिक तू है। बुद्ध आप अपनी विजडम नूं कहंदे आ, अपने ज्ञान नूं कहंदे आ। आपां कहंदे आ मेरे कोल इन्ना ज्ञान है, मैं इन्ना ग्रंथ पोथियां पढ़ियां होईयां हन, मैं PhD दी मेरे कोल डिग्री है, मेथों वड्डा इंटलैक्चुअल कोई हो नहीं सकदा, मेथों वड्डा ज्ञानी कोई हो नहीं सकदा। ये साडी गलतफहमी है। गुरु साहब कह रहे हैं मेरी तो बुद्धि, मेरा जिहड़ा ज्ञान है वो भी तू मालिक है, तेरे तो आ रहा है। तू एक मिनट दे विच ये सारा ज्ञान वापस बुला ले। इत्थे मैंटल स्टेट दे विच आदमी चला जाता है, उन्होंने पागल कहना शुरू कर देंदे हैं। ते फिर आखिरी दे विच कह रहे हैं धन। हुण देखो धन जिहड़ी है वो सब तो वड्डी चीज है इस दुनिया दे विच, जिहड़ा आपां सोचदे हैं। आपां सोचदे हैं साडे कोल कोई जवाहरात हन, वड्डी धन दौलत है, वड्डी जमीन है ਜਾਂ ਕੋਈ ਪ੍ਰੋਪਰਟੀ ਹੈ ਤਾਂ ਆਪਾਂ ਵੱਡੇ ਧਨਵਾਨ ਹਾਂ, ਉਹ ਸਾਡਾ ਧਨ ਹੈ। ਲੇਕਿਨ ਉਹੀ ਧਨ ਜਦ ਸਾਡੇ ਘਰ ਦੇ ਬੱਚਿਆਂ ਨੂੰ ਨਲਾਇਕ ਬਣਾ ਦਿੰਦਾ ਹੈ, ਉਹਨੂੰ ਨਸ਼ਿਆਂ ਦੇ ਵਿੱਚ ਪਾ ਦਿੰਦਾ ਹੈ, ਗਲਤ ਸੋਬਤਾਂ ਦੇ ਵਿੱਚ ਪਾ ਦਿੰਦਾ ਹੈ, ਘਰ ਦੇ ਵਿੱਚ ਕੋਈ ਡਾਕਾ ਬਣ ਜਾਂਦਾ ਹੈ, ਘਰ ਦੇ ਵਿੱਚ ਕੋਈ ਪੈਸੇ ਨੂੰ ਕਰਕੇ ਲੜਾਈ ਝਗੜਾ ਹੋ ਜਾਂਦਾ ਹੈ, ਗੋਲੀਆਂ ਚੱਲ ਜਾਂਦੀਆਂ ਹਨ, ਉਹੀ ਧਨ ਜਿਹੜਾ ਹੈ ਉਹ ਸਾਡਾ ਦੁੱਖ ਦਾ ਕਾਰਨ ਬਣ ਜਾਂਦਾ ਹੈ। ਤਾਂ ਗੁਰੂ ਸਾਹਿਬ ਕਹਿ ਰਹੇ ਹਨ मेरा तो मालिक धन भी तू ही है,
तेथों वड्डा धन और की हो सकता है जे तेरी ओट, तेरा बल, तेरी बुद्ध ते तू धन मेरा कोल है, तो मैं तो सब तो वड्डा अमीर आदमी होया दुनिया दा। जे मेरे कोल सारियां चीजां भी होण लेकिन मालिक जे तेरा सहारा ना होण तो मैं सब तो वड्डा गरीब हाँ, सब तो वड्डा दुखी हाँ। लेकिन जे मेरे कोले सारियां चीजां भी ना होण, जे तेरा सहारा होण तो मैं सब तो वड्डा अमीर हाँ। फिर अगे कह रहे हाँ, तू ही मेरा परिवार। परिवार किस नूं कहंदे आ? जिहड़ा सुख दुख दे विच खड़ा हो सके। ਤਾਂ ਮਾਲਿਕ ਤੋਂ ਵੱਡੀ ਤਾਕਤ ਹੋਰ ਕੀ ਹੋ ਸਕਦੀ ਹੈ, ਜਿਹੜਾ ਸਾਡੇ ਦੁੱਖ ਦੇ ਵਿੱਚ ਵੀ ਨਾਲ ਖੜਾ ਹੋਵੇ, ਸਾਡੇ ਦੁੱਖ ਦੇ ਵਿੱਚ ਵੀ ਨਾਲ ਖੜਾ ਹੋਵੇ। ਉਸ ਤੋਂ ਵੱਡੀ ਤਾਕਤ ਨਹੀਂ ਹੋ ਸਕਦੀ। ਤਾਂ ਸੰਸਾਰ ਦੇ ਮੋਹ ਤੋਂ ਉੱਪਰ ਉਠਾਉਂਦੇ ਹੋਏ ਸਾਨੂੰ ਸਮਝਾ ਰਹੇ ਹਨ ਕਿ ਜੇ ਕੋਈ ਸੱਚਾ ਸਾਡਾ ਪਰਿਵਾਰ ਹੋ ਸਕਦਾ ਹੈ, ਸਾਡੀ ਕੋਈ ਓਟ ਹੋ ਸਕਦੀ ਹੈ, ਤਾਂ ਉਹ ਮਾਲਕ ਹੈ, ਉਸ ਨੂੰ ਨਾ ਭੁੱਲੋ। ਲੇਕਿਨ ਇਸ ਸ਼ਬਦ ਦਾ ਇਹ ਮਤਲਬ ਨਹੀਂ ਕਿ ਆਪਾਂ ਆਪਣੇ ਪਰਿਵਾਰ ਨੂੰ ਭੁੱਲ ਜਾਈਏ ਜਾਂ ਆਪਣੇ ਪਰਿਵਾਰ ਦੇ ਵਿੱਚ ਨਫ਼ਰਤ ਲਾਣਾ ਸ਼ੁਰੂ ਕਰ ਦਈਏ। ਗੁਰੂ ਸਾਹਿਬ ਦਾ ਕਹਿਣ ਦਾ ਮਤਲਬ ਹੈ ਕਿ ਉਹ ਜਿਹੜਾ ਪਰਿਵਾਰ ਹੈ ਉਹ ਵੀ ਮਾਲਿਕ ਦਾ ਦਿੱਤਾ ਹੋਇਆ ਹੈ, ਉਹ ਵੀ ਮਾਲਿਕ ਦਾ ਸਮਝ ਕੇ ਉਹਨਾਂ ਦੀ ਜ਼ਿੰਮੇਵਾਰੀਆਂ ਨਿਭਾ, ਉਹਨਾਂ ਦੇ ਵਿੱਚ ਪ੍ਰੇਮ ਪਿਆਰ ਲੈ ਕੇ ਆ, ਲੇਕਿਨ ਮਾਲਿਕ ਨੂੰ ਯਾਦ ਕਰਦੇ ਹੋਏ। ਪ੍ਰਾਇੋਰਟੀ ਮਾਲਿਕ ਨੂੰ ਦੇਣੀ ਹੈ, ਲੇਕਿਨ ਰਿਸ਼ਤੇ ਸਾਰੇ ਨਿਭਾਣੇ ਹੈ। ਘਰ ਦੇ ਵਿੱਚ ਮਾਂ-ਬਾਪ ਦੀ ਸੇਵਾ ਵੀ ਕਰਨੀ ਹੈ, ਆਪਣੀ ਜ਼ਿੰਮੇਵਾਰੀਆਂ ਵੀ ਨਿਭਾਣੀ ਹੈ, ਪਿਆਰ ਦੇ ਵਿੱਚ ਰਹਿਣਾ ਹੈ, ਇੱਕ ਮਾਹੌਲ ਬਣਾਉਣਾ ਹੈ, ਲੇਕਿਨ ਮਾਲਿਕ ਨੂੰ ਯਾਦ ਕਰਦੇ ਹੋਏ। ਉਹਨਾਂ ਦੇ ਵਿੱਚ ਵੀ ਉਹ ਮਾਲਿਕ ਦਾ ਰੂਪ ਦੇਖਦੇ ਹੋਏ ਉਹਨਾਂ ਦੀ ਸੇਵਾ ਕਰ ਰਹੀ ਹੈ, ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਆਖਰੀ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। जो तुम करो सोई पल हमरे, पेख नानक सुख चरना रे। ਹੁਣ ਇਸ ਕੜੀ ਦੇ ਵਿੱਚ ਫਾਈਨਲ ਆਊਟਕਮ ਦੇ ਵਿੱਚ ਆਪ ਜੀ ਨੇ ਸ਼ੁਰੂਆਤ ਕੀਤੀ ਪ੍ਰਾਣ ਆਧਾਰੇ ਤੋਂ ਕਿ ਮੇਰੇ ਪ੍ਰਾਣ ਨੂੰ ਚਲਾਉਣ ਵਾਲਾ ਤੂੰ ਮਾਲਕ ਹੈ, ਕਿ ਮੈਂ ਆਪ ਜੀ ਨੂੰ ਦੰਡਵਤ ਪ੍ਰਣਾਮ ਕਰਦਾ ਹਾਂ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਜੁੜੇ ਹੋਏ ਹੋ। ਫਿਰ ਆਪ ਜੀ ਨੇ ਥੋੜਾ ਭਗਤੀ ਦਾ ਸਾਧਨ ਬਤਾਇਆ ਕਿ ਮੈਂ ਤਾਂ ਉੱਠਦਾ ਵੀ ਹਾਂ, ਬੈਠਦਾ ਵੀ ਹਾਂ, ਸੌਂਦਾ ਵੀ ਹਾਂ, ਜਾਗਦਾ ਹੀ ਹਾਂ, ਮਾਲਿਕ ਤੇਰਾ ਧਿਆਨ ਕਰਦਾ ਹਾਂ। ਇਹ ਮੇਰਾ ਜਿਹੜਾ ਮਨ ਹੈ ਇਹ ਤੈਨੂੰ ਹੀ ਚਿੱਤ ਦੇ ਵਿੱਚ ਰੱਖਦਾ ਹੈ। ਫਿਰ ਆਪ ਜੀ ਨੇ ਅੱਗੇ ਬਤਾਇਆ ਕਿ ਸੁੱਖ ਦੁੱਖ ਜੋ ਵੀ ਮੇਰੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਮੈਂ ਮਾਲਿਕ ਤੇਰੇ ਸਾਹਮਣੇ ਰੱਖ ਦਿੰਦਾ। ਫਿਰ ਅੱਗੇ ਆਪ ਨੇ ਕਿਹਾ ਕਿ ਮੇਰੀ ਤਾਂ ਬਲ, ਮੇਰਾ ਓਟ, ਮੇਰਾ ਬੁੱਧ, ਮੇਰਾ ਤਨ ਮਾਲਿਕ ਤੂੰ ਹੀ ਉਹ ਹੈ, ਕਿ ਤੂੰ ਹੀ ਮੇਰਾ ਪਰਿਵਾਰ ਹੈ। ਫਿਰ ਹੁਣ ਆਖਰੀ ਦੇ ਵਿੱਚ ਆ ਕੇ ਆਪ ਨੇ ਪੂਰਾ ਕਨਕਲੂਡ ਕਰਦੇ ਹੋਏ ਨਿਚੋੜ ਜਿਹੜਾ ਹੈ ਉਹ ਸਾਡੇ ਸਾਹਮਣੇ ਰੱਖ ਦਿੱਤਾ। ਜੋ ਤੁਮ ਕਰੋ ਸੋਹੀ ਭਲ ਹਮਰੇ, ਪੇਖ ਨਾਨਕ ਸੁਖ ਚਰਨ ਆਰੇ। ਫਿਰ ਆਪ ਜੀ ਕੀ ਸਮਝਾ ਰਹੇ ਹਨ? ਫਿਰ ਆਪ ਕਹਿ ਰਹੇ ਹਨ ਕਿ ਜੀਵਨ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਜੋ ਕੁਝ ਵੀ ਮਾਲਿਕ ਜੋ ਵੀ ਹੋ ਰਿਹਾ ਹੈ ਸਭ ਕੁਝ ਭਲਾ ਹੋ ਰਿਹਾ ਹੈ। Everything is happening positive in my life। ਹੁਣ ਤੁਸੀਂ ਦੇਖੋ ਸਾਡੇ ਜੀਵਨ ਦੇ ਵਿੱਚ ਇੰਨੇ ਦੁੱਖ ਤਕਲੀਫ ਆਉਂਦੇ ਹਨ ਕਿ ਸਾਡੇ ਵਿੱਚੋਂ ਕੋਈ ਕਹਿ ਸਕਦਾ ਹੈ ਕਿ ਮਾਲਿਕ ਜੋ ਕੁਝ ਵੀ ਹੋ ਰਿਹਾ ਹੈ ਸਭ ਕੁਝ ਚੰਗਾ ਹੋ ਰਿਹਾ ਹੈ, ਕਿ ਮਾਲਿਕ ਜੋ ਕੁਝ ਵੀ ਹੋ ਰਿਹਾ ਹੈ ਉਹ ਤੇਰੀ ਵਡਿਆਈ ਹੈ। Can we appreciate whatever happening in our life? It's really very impossible। ਇਹ ਬਹੁਤ ਹੀ ਇੰਪੋਸੀਬਲ ਹੈ। ਆਪਾਂ ਦੇਖੋ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆ ਜਾਂਦਾ ਹੈ, ਆਪਾਂ ਉਸੇ ਮਾਲਿਕ ਨੂੰ ਕਟਘਰੇ ਦੇ ਵਿੱਚ ਖੜਾ ਕਰ ਦਿੰਦੇ ਹਾਂ, ਉਸ ਤੋਂ ਹੀ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੇ ਹਾਂ ਕਿ ਮੇਰੇ ਨਾਲ ਇਹ ਕਿਉਂ ਕੀਤਾ, ਮੈਨੂੰ ਭਰੋਸਾ ਨਹੀਂ ਹੈ, ਮੈਨੂੰ ਅੱਜ ਤੋਂ ਬਾਅਦ ਤੇਰੀ ਪੂਜਾ ਨਹੀਂ ਕਰਨੀ, ਤੇਰਾ ਭਜਨ ਸਿਮਰਨ ਨਹੀਂ ਕਰਨਾ। ਆਪਾਂ ਤਾਂ ਇੰਨਾ ਡੀਪ ਡਾਊਨ ਚਲੇ ਜਾਂਦੇ ਹਾਂ, ਉਹਨਾਂ ਦੀ ਫੋਟੋਆਂ ਵੀ ਹਟਾ ਕੇ ਰੱਖ ਦਿੰਦੇ ਹਾਂ ਕਿ ਹਟਾ ਦਿਓ ਇਹਨਾਂ ਦੀ ਫੋਟੋ, ਹੁਣ ਮੈਂ ਇਹਨਾਂ ਨੇ ਮੇਰਾ ਕੰਮ ਨਹੀਂ ਬਣਾਇਆ, ਜੇ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਗਿਆ ਹੁਣ ਮੈਂ ਇਹਨਾਂ ਨੂੰ ਨਹੀਂ ਮੰਨਦਾ, ਮੈਂ ਕਿਤੇ ਹੋਰ ਜਾਵਾਂਗਾ। ਕੋਈ ਹੈ ਜਿਹੜਾ ਕਿ ਵਿਰਲਾ ਜਿਹੜਾ ਕਵੇ ਮਾਲਿਕ ਜੋ ਕੁਝ ਕੀਤਾ ਹੈ ਕੁਝ ਭਲਾਈ ਹੋਣੀ ਹੋਵੇਗੀ। there is something behind your pain, ਕਿ ਜੋ ਕੁਝ ਵੀ ਮਾਲਿਕ ਤੂੰ ਦਰਦ ਦਿੱਤਾ ਹੈ ਉਸ ਦੇ ਪਿੱਛੇ ਵੀ ਕੁਝ ਹੈ। ਉਸ ਅਵਸਥਾ ਨੂੰ ਸਾਡੇ ਸਾਹਮਣੇ ਰੱਖ ਰਹੇ ਹਾਂ।
ਕਿ ਜੋ ਤੁਮ ਕਰੋ ਸੋ ਹੀ ਫਲ। ਪੂਰਨ ਵਿਸ਼ਵਾਸ ਦੇ ਨਾਲ, ਇੱਕ ਸਰੈਂਡਰ ਦੀ ਭਾਵਨਾ ਲੈਂਦੇ ਹੋਏ, ਸਮਰਪਣ ਦਾ ਪ੍ਰਤੀਕ ਰੱਖਦੇ ਹੋਏ ਆਪ ਕਹਿ ਰਹੇ ਹਨ ਕਿ ਮਾਲਿਕ, ਜੋ ਕੁਝ ਵੀ ਹੋ ਰਿਹਾ ਹੈ ਮੈਂ ਪ੍ਰਸੰਨਤਾ ਦੇ ਨਾਲ ਆਪਣੀ ਝੋਲੀ ਫੈਲਾ ਕੇ ਉਸ ਨੂੰ ਸਵੀਕਾਰ ਕਰਦਾ ਹਾਂ। ਇਸ ਤੋਂ ਉੱਚੀ ਤੇ ਸੁੱਚੀ ਅਵਸਥਾ ਹੋਰ ਕੀ ਹੋ ਸਕਦੀ ਹੈ ਕਿ ਮਾਲਿਕ, ਜੋ ਕੁਝ ਵੀ ਹੋ ਰਿਹਾ ਹੈ ਮੇਰੇ ਕਲਿਆਣ ਦੇ ਲਈ ਹੋ ਰਿਹਾ ਹੈ, ਮੇਰੀ ਜ਼ਿੰਦਗੀ ਦੇ ਵਿੱਚ ਪ੍ਰੋਗਰੈਸ ਦੇ ਲਈ ਹੋ ਰਿਹਾ ਹੈ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮਾਲਿਕ, ਮੈਂ ਸੁੱਖ ਦੇ ਵਿੱਚ ਸਿਰਫ ਤੁਹਾਨੂੰ ਯਾਦ ਕਰਾਂਗਾ, ਦੁੱਖ ਦੇ ਵਿੱਚ ਭੁੱਲ ਜਾਵਾਂਗਾ, ਜਾਂ ਦੁੱਖ ਦੇ ਵਿੱਚ ਮੈਂ ਤੁਹਾਨੂੰ ਕੰਪਲੇਨ ਕਰਾਂਗਾ। ਆਪ ਜੀ ਨੇ ਤਾਂ ਆਪਣੀ ਪੂਰੇ ਸਰੀਰ ਦਾ ਤਿਆਗ ਕਰ ਦਿੱਤਾ, ਸ਼ਹੀਦੀ ਦੇ ਦਿੱਤੀ, ਫਿਰ ਵੀ ਆਪ ਜੀ ਦੇ ਮੁਖ ਤੋਂ ਸਿਰਫ ਵਚਨ ਨਿਕਲੇ, ਮਾਲਿਕ ਤੇਰਾ ਪਾਣਾ ਮਿੱਠਾ ਲੱਗੇ। ਪੂਰੀ ਐਕਸੈਪਟੈਂਸ ਦੇ ਨਾਲ ਭਗਤੀ ਦੇ ਵਿੱਚ ਇਹ ਸਭ ਤੋਂ ਸੁੱਚੀ ਅਵਸਥਾ ਹੁੰਦੀ ਹੈ, ਸਭ ਤੋਂ ਉੱਚੀ ਅਵਸਥਾ ਹੁੰਦੀ। ਫਿਰ ਆਪਨੇ ਕਿਹਾ, ਵੇਖ ਨਾਨਕ ਸੁਖ ਚਰਨ ਤੁਮਹਾਰੇ, ਕਿ ਮਾਲਿਕ ਜਿਹੜਾ ਆਨੰਦ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਮਿਲਦਾ ਹੈ ਉਹ ਸ਼ਾਸ਼ਵਤ ਹੈ, ਉਹ ਪਰਮਾਨੈਂਟ ਹੈ। ਬਾਕੀ ਜਿਹੜੇ ਇਹ ਸੁੱਖ ਜ਼ਿੰਦਗੀ ਦੇ ਵਿੱਚ ਹੈ ਤਾਂ ਅਸਥਾਈ ਹੈ। ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਇਹ ਸੁੱਖ ਹਨ। ਤੁਸੀਂ ਦੇਖੋ, ਆਪਾਂ ਕਿੰਨੇ ਵੀ ਭਾਵੇਂ ਆਪਾਂ ਅਮੀਰ ਹੋਵੇ, ਸਾਡੇ ਕੋਲ ਵੱਡੀ ਗੱਡੀ ਹੋਵੇ, ਵੱਡਾ ਘਰ ਹੋਵੇ, ਵੱਡੀ ਧਨ ਦੌਲਤ ਹੋਵੇ, ਮਾਨ ਵਡਿਆਈ ਹੋਵੇ, ਸਾਨੂੰ ਲੋਕੀ ਜਾਣਦੇ ਹੋਣ, ਸਾਡੇ ਕੋਲ ਵੱਡਾ ਬੈਂਕ ਬੈਲੈਂਸ ਹੋਵੇ, ਪੋਜੀਸ਼ਨ ਹੋਵੇ, ਆਪਾਂ ਭਾਵੇਂ ਇਸ ਦੁਨੀਆ ਦੇ ਵਿੱਚ ਵੱਡੀ ਤੋਂ ਵੱਡੀ ਪਾਵਰ ਕਿਉਂ ਨਾ ਰੱਖਦੇ ਹੋਵੇ, ਲੇਕਿਨ ਇਹ ਜਿਹੜੀਆਂ ਚੀਜ਼ਾਂ ਹਨ ਸਾਡੇ ਸਰੀਰ ਦੇ ਨਾਲ ਜੁੜੀਆਂ ਹੋਈਆਂ ਹਨ। ਜਦ ਸਰੀਰ ਖਤਮ ਹੋ ਜਾਵੇਗਾ ਤਾਂ ਇਹ ਜਿਹੜੀਆਂ ਚੀਜ਼ਾਂ ਹਨ ਇਹ ਸ਼ਮਸ਼ਾਨ ਘਾਟ ਤੱਕ ਸਾਡੇ ਨਾਲ ਜਾ ਸਕਦੀਆਂ ਹਨ, ਉਸ ਤੋਂ ਬਾਅਦ ਨਹੀਂ ਜਾ ਸਕਦੀ। ਇੱਕ ਵਾਰੀ ਇਹ ਜਿਹੜਾ ਸਰੀਰ ਹੈ ਅਗਨੀ ਦੇ ਸੁਪੁਰਦ ਹੋ ਗਿਆ ਜਾਂ ਫਿਰ ਮਿੱਟੀ ਦੇ ਵਿੱਚ ਮਿਲ ਕੇ ਮਿੱਟੀ ਹੋ ਗਿਆ, ਫਿਰ ਸਾਨੂੰ ਕੋਈ ਨਹੀਂ ਜਾਣਦਾ। 13 ਦਿਨ ਤੱਕ ਸਾਨੂੰ ਯਾਦ ਰੱਖਿਆ ਜਾਂਦਾ ਹੈ, ਉਸ ਤੋਂ ਬਾਅਦ ਸਭ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਲੌਟ ਜਾਂਦੇ ਹਨ। ਉਹ ਜਿਹੜੀ ਧਨ ਦੌਲਤ ਸੀ, ਉਹ ਜਿਹੜੀ ਗੱਡੀ ਸੀ, ਉਹਨਾਂ ਨੂੰ ਕੋਈ ਹੋਰ ਯੂਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਗੱਡੀ ਦੇ ਪਿੱਛੇ ਤੁਸੀਂ ਭੱਜ ਰਹੇ ਸੀ, ਜਿਸ ਧਨ ਦੌਲਤ ਦੇ ਪਿੱਛੇ ਤੁਸੀਂ ਭੱਜ ਰਹੇ ਸੀ, ਜਿਸ ਮਾਨ ਵਡਿਆਈ ਦੇ ਪਿੱਛੇ ਤੁਸੀਂ ਭੱਜ ਰਹੇ ਸੀ, ਜਿਹੜੀ ਕੁਰਸੀ ਦੇ ਪਿੱਛੇ ਤੁਸੀਂ ਲੜ ਰਹੇ ਸੀ, ਤੁਹਾਡੀ ਨੀਂਦ ਨਹੀਂ ਆ ਰਹੀ ਸੀ, ਰਾਤ ਨੂੰ ਗੋਲੀ ਲੈ ਲੈ ਕੇ ਨੀਂਦ ਆ ਰਹੀ ਸੀ, ਉਹ ਕੁਰਸੀ ਵੀ ਉੱਥੇ ਹੀ ਹੈ, ਉਹ ਗੱਡੀ ਵੀ ਉੱਥੇ ਹੀ ਹੈ, ਉਹ ਘਰ ਵੀ ਉੱਥੇ ਹੀ ਹੈ, ਉਹ ਜ਼ਮੀਨ ਵੀ ਉੱਥੇ ਹੀ ਹੈ, ਲੇਕਿਨ ਤੁਸੀਂ ਉੱਥੇ ਨਹੀਂ ਹੋ। ਹੁਣ ਉਹਦਾ ਜਿਹੜਾ ਮਾਲਕ ਹੈ ਉਹ ਹੋਰ ਕੋਈ ਬਣ ਗਿਆ ਹੈ। ਜਿਹੜਾ ਤੁਹਾਡਾ ਅੱਜ ਹੈ ਉਹ ਕੱਲ ਕਿਸੇ ਹੋਰ ਦਾ ਸੀਗਾ, ਕੱਲ ਨੂੰ ਕਿਸੇ ਹੋਰ ਦਾ ਹੋ ਜਾਊਗਾ। ਤਾਂ ਉਸ ਟੈਂਪਰਰੀਨੈਸ ਨੂੰ ਸਾਡੇ ਸਾਹਮਣੇ ਰੱਖ ਰਹੇ ਹਨ ਕਿ all the materialistic thing that is in my life is just limited to the bodily expressions. Until I am living alive, all these possessions are mine. Once I die, all these things automatically finished. ਕਿ ਜਿੰਨਾ ਚਿਰ ਮੈਂ ਜਿਉਂਦਾ ਹਾਂ ਇਹ ਜਿਹੜੀਆਂ ਚੀਜ਼ਾਂ ਹਨ ਮੇਰੇ ਨਾਲ ਜਾਣ ਤੋਂ ਬਾਅਦ ਕਿਸੇ ਹੋਰ ਦੀ ਹੋ ਜਾਣਗੀ। ਲੇਕਿਨ ਉਹ ਜਿਹੜਾ ਪਰਮਾਨੈਂਟ ਹੈ ਉਹ ਕੀ ਹੈ, ਜਿਹੜਾ ਹਮੇਸ਼ਾ ਸਾਡੇ ਨਾਲ ਰਹੂਗਾ, ਉਹ ਹੈ ਉਸ ਮਾਲਿਕ ਦੇ ਚਰਨ ਦੇ ਨਾਲ ਹੈ ਉਹਦੀ ਸ਼ਰਨ। ਕਿ ਜਦ ਆਪਾਂ ਉਸ ਮਾਲਿਕ ਦੇ ਨਾਲ ਮਿਲ ਜਾਵਾਂਗੇ, ਆਪਾਂ ਪੂਰੀ ਤਰੀਕੇ ਦੇ ਨਾਲ ਉਹ ਜਿਹੜੀ ਸੁੱਖ ਦੀ ਜਿਹੜੀ ਗਹਿਰੀ ਨੀਂਦ ਹੈ, ਉਹ ਜਿਹੜੀ ਸੁੱਖ ਦਾ ਜਿਹੜਾ ਸਾਗਰ ਹੈ ਉਹਦੇ ਵਿੱਚ ਮਿਲ ਜਾਵਾਂਗੇ। ਉਸ ਅਵਸਥਾ ਨੂੰ ਸਾਡੇ ਸਾਹਮਣੇ ਰੱਖ ਰਹੇ ਕਿ ਜਿਹੜਾ ਸੱਚਾ ਸੁੱਖ ਹੈ ਉਹ ਤਾਂ ਉੱਥੇ ਜਾ ਕੇ ਮਿਲੂਗਾ, ਇੱਥੇ ਤਾਂ ਇਹ ਜਿਹੜਾ 84 ਦਾ ਜਿਹੜਾ ਜੇਲ੍ਹ ਖਾਨਾ ਹੈ ਉਹ ਚੱਲਦਾ ਰਹੂਗਾ। ਇਹ ਤਾਂ ਆਪਾਂ ਕੈਦ ਦੇ ਵਿੱਚ ਹੈਗੇ ਆ। ਤੁਸੀਂ ਦੇਖੋ, ਜੇ ਕੋਈ ਕੈਦੀ ਕੈਦ ਦੇ ਵਿੱਚ ਹੁੰਦਾ ਹੈ, ਤੁਸੀਂ ਭਾਵੇਂ ਉਹਨਾਂ ਨੂੰ ਚੰਗੇ ਕੱਪੜੇ ਪਹੁੰਚਾ ਦਿਓ, ਭਾਵੇਂ ਉਹਨਾਂ ਨੂੰ ਚੰਗਾ ਖਾਣਾ ਪਹੁੰਚਾ ਦਿਓ, ਉਹਨਾਂ ਨੂੰ ਸੋਨੇ ਦੀ ਬੇੜੀਆਂ ਲਗਾ ਦੇਣ, ਲੇਕਿਨ ਰਹੂਗਾ ਤਾਂ ਫਿਰ ਵੀ ਕੈਦੀ ਦਾ ਕੈਦੀ ਹੀ। ਉਹੀ ਅਵਸਥਾ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਜਿਹੜੀਆਂ ਮੈਟਰੀਅਲਿਸਟਿਕ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਹੈਗੀਆਂ, ਜਿਹੜਾ ਕੁਝ ਵੀ ਆਪਾਂ ਯੂਜ਼ ਕਰ ਰਹੇ ਹਾਂ, ਇਹ ਭਾਈ ਇੱਕ ਕੈਦ ਦਾ ਹਿੱਸਾ ਹੈ। ਕੈਦੀ ਨੂੰ ਜਦੋਂ ਸਭ ਤੋਂ ਵੱਡੀ ਖੁਸ਼ੀ ਮਿਲਦੀ ਹੈ ਉਹ ਆਜ਼ਾਦ ਹੋਣ ਤੋਂ ਬਾਅਦ ਮਿਲਦੀ ਹੈ। ਤਾਂ ਜਦ ਕੋਈ ਸੰਤ ਸਿਪਾਹੀ ਆ ਕੇ, ਜਦੋਂ ਉਹ ਸੱਚਾ ਮੁਰਸ਼ਿਦ ਸਾਨੂੰ ਮਿਲਦਾ ਹੈ, ਉਹ ਸਾਨੂੰ ਇਸ ਕੈਦ ਤੋਂ ਭਾਰ ਉਠਾ ਕੇ ਉਸ ਮਾਲਿਕ ਦੇ ਨਾਲ ਮਿਲਾ ਦਿੰਦਾ ਹੈ, ਫਿਰ ਜਾ ਕੇ ਉਹ ਸੱਚੀ ਜਿਹੜੀ ਖੁਸ਼ੀ ਹੈ ਉਹ ਸਾਨੂੰ ਹਾਸਿਲ ਹੁੰਦੀ ਹੈ। ਉਸ ਨੂੰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
ਤਾਂ ਆਪ ਜੀ ਨੂੰ ਵੀ ਚਾਹੀਦਾ ਹੈ ਤੇ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਵੀ ਇਹਨਾਂ ਬਾਣੀਆਂ ਤੋਂ ਫਾਇਦਾ ਉਠਾਉਂਦੇ ਹੋਏ ਆਪਣੇ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਆਈਏ। ਛੋਟੀਆਂ ਛੋਟੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਚੇਂਜ ਕਰਾਂਗੇ, ਵੱਡਾ ਬਦਲਾਵ ਜ਼ਿੰਦਗੀ ਦੇ ਵਿੱਚ ਆਊਗਾ, ਲੇਕਿਨ ਹੋਵੇਗਾ ਸਾਡੀ ਕਰਨੀ ਦੇ ਨਾਲ। ਆਪਾਂ ਕਦੇ ਕਿਸੇ ਗੁਰੂ ਦੇ ਬਰਾਬਰ ਤਾਂ ਨਹੀਂ ਹੋ ਸਕਦੇ, ਉਹਨਾਂ ਦੀ ਜਿਹੜੀ ਹਸਤੀ ਹੈ ਉਹਨਾਂ ਦਾ ਆਪਾਂ 1% ਵੀ ਨਹੀਂ ਹੋ ਸਕਦੇ, ਲੇਕਿਨ ਆਪਾਂ ਸ਼ੁਰੂਆਤ ਕਰ ਸਕਦੇ ਹਾਂ। ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹੋਈਏ ਸ਼ੁਰੂਆਤ ਤਾਂ ਕਰ ਸਕਦੇ ਹਾਂ। ਜੇ ਆਪਾਂ ਸਤਸੰਗ ਦੇ ਨਾਲ ਜੁੜੇ ਹਾਂ, ਉਸ ਮਾਲਿਕ ਦੇ ਨਾਲ ਜੁੜੇ ਹਾਂ, ਉਸ ਨੂੰ ਯਾਦ ਕਰਦੇ ਹਾਂ, ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਬਦਲਾਵ ਹਨ ਇਹ ਲਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿੰਨਾ ਚਿਰ ਵਿਸ਼ਵਾਸ ਨਹੀਂ ਆਊਗਾ, ਜਿੰਨਾ ਚਿਰ ਉਹ ਪ੍ਰੇਮ ਨਹੀਂ ਆਊਗਾ, ਉਹ ਵਿਰਹ ਨਹੀਂ ਆਊਗੀ, ਉਹ ਤੜਪ ਪੈਦਾ ਨਹੀਂ ਹੋ ਸਕਦੀ। ਭਾਈ ਆਪਣੇ ਆਪ ਨੂੰ ਨੀਵਾ ਰੱਖੀਏ, ਆਪਣੇ ਆਪ ਨੂੰ ਮਾਲਿਕ ਦੇ ਨਾਲ ਜੋੜ ਕੇ ਰੱਖੀਏ। ਅਹੰਕਾਰ, ਕਮੰਡ, ਈਗੋ, ਇਹਨਾਂ ਦੇ ਨਾਲ ਕੋਈ ਅੱਗੇ ਨਹੀਂ ਜਾ ਸਕਦਾ। ਵੱਡੇ ਤੋਂ ਵੱਡੇ ਡਿਕਟੇਟਰ, ਵੱਡੇ ਤੋਂ ਵੱਡੇ ਤਾਨਾਸ਼ਾਹ ਦੁਨੀਆ ਦੇ ਵਿੱਚ ਆਏ ਤੇ ਚਲੇ ਗਏ। ਅਲੈਗਜ਼ੈਂਡਰ ਦੀ ਆਪਾਂ ਕਹਾਣੀ ਸੁਣਦੇ ਹਾਂ। ਅਲੈਗਜ਼ੈਂਡਰ ਵੀ ਜਦ ਜਾ ਰਿਹਾ ਸੀ, ਆਖਰੀ ਦੇ ਵਿੱਚ ਉਹਨੇ ਕਿਹਾ ਸੀ ਮੇਰੀ ਜਿਹੜੀਆਂ ਮੁੱਠੀਆਂ ਹਨ ਇਹਨਾਂ ਨੂੰ ਖੋਲ ਦੇਣਾ। ਦਰਬਾਰੀ ਨੇ ਪੁੱਛਿਆ ਕਿਉਂ? ਤਾਂ ਕਿਹਾ ਕਿ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜਾ ਸਿਕੰਦਰ ਪੂਰੀ ਦੁਨੀਆ ਨੂੰ ਜਿੱਤਣ ਚੱਲਿਆ ਸੀ ਉਹ ਅੱਜ ਖਾਲੀ ਹੱਥ ਜਾ ਰਿਹਾ ਹੈ। ਤਾਂ ਭਾਈ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਆਪਣੇ ਆਪ ਨੂੰ ਨੀਵਾ ਰੱਖੀਏ, ਆਪਣੇ ਆਪ ਨੂੰ ਉਸ ਮਾਲਿਕ ਦੇ ਅੱਗੇ ਸੁਪੁਰਦ ਕਰੀਏ, ਆਪਣੇ ਸੁੱਖਾਂ ਨੂੰ, ਆਪਣੇ ਦੁੱਖਾਂ ਨੂੰ ਉਸ ਮਾਲਿਕ ਦੇ ਸਾਹਮਣੇ ਰੱਖੀਏ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਹ ਸਾਰਾ ਕੁਝ ਦਿੱਤਾ ਹੈ। ਆਪਾਂ ਉਹਨਾਂ ਨੂੰ ਹੀ ਭੁੱਲੀ ਬੈਠੇ ਹਾਂ। ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਇੰਟਰੋਸਪੈਕਸ਼ਨ ਕਰਨ ਦੀ ਲੋੜ ਹੈ। ਸੈਲਫ ਰਿਅਲਾਈਜੇਸ਼ਨ ਬਿਫੋਰ ਗੋਡ ਰਿਅਲਾਈਜੇਸ਼ਨ। ਆਪਾਂ ਨੂੰ ਪਰਮਾਤਮਾ ਦੀ ਪਛਾਣ ਤੋਂ ਪਹਿਲਾਂ ਆਪਣੀ ਪਹਿਚਾਣ ਕਰਨੀ ਹੈ। ਜਦ ਆਪਾਂ ਆਪਣੀ ਪਹਿਚਾਣ ਕਰ ਲਵਾਂਗੇ, ਆਪਣੇ ਆਪ ਨੂੰ ਉਸ ਮਾਲਿਕ ਦੇ ਅੱਗੇ ਸੁਪੁਰਦ ਕਰ ਦੇਵਾਂਗੇ, ਆਪਾਂ ਮਾਲਿਕ ਦੀ ਪਹਿਚਾਣ ਕਰ ਲਿਆਂਗੇ। ਤਾਂ ਭਾਈ ਆਪਾਂ ਨੂੰ ਵੀ ਚਾਹੀਦਾ ਹੈ, ਜੇ ਮਾਲਿਕ ਨੇ ਸਾਨੂੰ ਸਤਸੰਗ ਦੇ ਨਾਲ ਜੋੜਿਆ ਹੈ, ਨਾਮਦਾਨ ਦੇ ਨਾਲ ਜੋੜਿਆ ਹੈ, ਆਪਾਂ ਨੂੰ ਇਸ ਕਾਬਿਲ ਬਣਾਇਆ ਹੈ ਕਿ ਆਪਾਂ ਨਰਕ ਤੋਂ ਉੱਠ ਕੇ ਇੱਕ ਸਵਰਗ ਦੀ ਜ਼ਿੰਦਗੀ ਜੀ ਸਕੀਏ ਇਸ ਮਾਲਿਕ ਦੇ ਨਾਲ ਜੁੜ ਕੇ, ਤਾਂ ਭਾਈ ਸਾਨੂੰ ਵੀ ਕਰਕੇ ਵਿਖਾਣਾ ਹੈ, ਕੁਝ ਬਣ ਕੇ ਵਿਖਾਣਾ ਹੈ। ਜਿੱਥੇ ਵੀ ਹੋਈਏ ਮਾਲਿਕ ਦੇ ਨਾਲ ਜ਼ਰੂਰ ਗੱਲਾਂ ਕਰੀਏ ਤੇ ਆਪਣੇ ਪੂਰੇ ਜੀਵਨ ਨੂੰ ਇਸ ਤਰੀਕੇ ਦੇ ਨਾਲ ਮੋਡੀਫਾਈ ਕੀਜੀਏ ਕਿ ਆਪਾਂ ਆਪਣੇ ਆਪ ਨੂੰ ਉਸ ਮਾਲਿਕ ਦੇ ਨਾਲ ਜੋੜ ਸਕੀਏ। ਭਜਨ ਸਿਮਰਨ ਨੂੰ ਪੂਰਾ ਟਾਈਮ ਦਈਏ ਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਈਏ, ਖੁਦ ਵੀ ਖੁਸ਼ ਰਹੀਏ ਤੇ ਆਪਣੇ ਆਲੇ ਦੁਆਲੇ ਵੀ ਪਿਆਰ ਵੰਡੀਏ। ਜੋ ਤਿਸ ਭਾਵੇ ਨਾਨਕਾ ਸਾਈਂ ਗਲ ਚੰਗੀ। ਜਿਹੜਾ ਕੁਝ ਵੀ ਮਾਲਿਕ ਕਰ ਰਿਹਾ ਹੈ ਐਕਸੈਪਟ ਹੈ, ਤੇ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੂੰ ਹੀ ਮਾਲਿਕ ਦੀ ਪ੍ਰਾਪਤੀ ਹੋਈ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਪਿਆਰ ਵਿੱਚ ਰਹੀਏ, ਮਾਲਿਕ ਦੇ ਨਾਲ ਜੁੜੇ ਰਹੀਏ ਜੀ। जो तुम करो सोई पल हमरे, देख नानक सुख चरना रे। तू मेरे प्राण आधार प्रभु जी, तू मेरे प्राण आधार